4 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਐਡਮਿੰਟਨ ਵਿਖੇ ਟਰੂਡੋ ਅਤੇ ਅਮਰਜੀਤ ਸੋਹੀ ਦੇ ਚੋਣ ਨਿਸ਼ਾਨ ਉੱਪਰ ਬੰਦੂਕ ਦੇ ਨਿਸ਼ਾਨੇ ਦੇ ਚਿੰਨ੍ਹ ਵਾਏ ਜਾਣ 'ਤੇ ਛਿੜਿਆ ਵਾਦ ਵਿਵਾਦ। ਸੱਜੇ ਪੱਖੀ ਪਾਰਟੀ PPC ਦੇ 2 ਉਮੀਦਵਾਰਾਂ ਨੇ ਜਗਮੀਤ ਸਿੰਘ ਨੂੰ ਦਹਿਸ਼ਤਗਰਦ ਦਰਸਾਉਣ ਵਾਲਾ ਕਾਰਟੂਨ ਘੁਮਾਇਆ। ਜਗਮੀਤ ਸਿੰਘ ਦੀ ਪ੍ਰਤੀਦਵੰਦੀ ਨੀਲਮ ਬਰਾੜ ਵੀ ਉਸ ਦੀ ਹਮਾਇਤ 'ਤੇ ਨਿਤਰੀ। ਹੁਣ ਖਬਰਾਂ ਦਾ ਵਿਸਥਾਰ। ਐਡਮਿੰਟਨ ਵਿਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੇਂਦਰੀ ਮੰਤਰੀ ਅਮਰਜੀਤ ਸੋਹੀ ਦੇ ਚੋਣ ਨਿਸ਼ਾਨ ਉੱਪਰ ਬੰਦੂਕ ਦੇ ਨਿਸ਼ਾਨੇ ਦਾ ਚਿੰਨ੍ਹ ਵਾਏ ਜਾਣ 'ਤੇ ਵਾਦ ਛਿੜ ਪਿਆ ਹੈ। ਦੱਸਿਆ ਜਾਂਦਾ ਹੈ ਕਿ ਮਿਲਵੁੱਡ ਇਲਾਕੇ ਵਿੱਚ ਇਸ ਚਿੰਨ੍ਹ ਦੇ ਉੱਪਰ ਦੋਨਾਂ ਦੀਆਂ ਤਸਵੀਰਾਂ ਦੇ ਵਿੱਚ ਉਹਨਾਂ ਦੇ ਸਿਰਾਂ ਦੇ ਉੱਪਰ ਬੰਦੂਕ ਦੇ ਨਿਸ਼ਾਨੇ ਦੇ ਚਿੰਨ੍ਹ ਵਾਏ ਗਏ ਨੇ ਅਤੇ ਹੇਠਾਂ ਲਿਖਿਆ ਗਿਆ ਹੈ ਕਿ ਇਹਨਾਂ ਲੋਕਾਂ ਤੋਂ ਨਿਜਾਤ ਪਾਉਣ ਦੀ ਲੋੜ ਹੈ। ਸ਼ੱਕ ਦੀਆਂ ਸੂਈਆਂ ਸੱਜੇ ਪੱਖੀ ਗਰੁੱਪਾਂ ਅਤੇ ਨਸਲਵਾਦੀਆਂ ਵੱਲ ਇਸ਼ਾਰਾ ਕਰ ਰਹੀਆਂ ਨੇ। ਜ਼ਿਕਰਯੋਗ ਹੈ ਕਿ ਇਹਨਾਂ ਗਰੁੱਪਾਂ ਵੱਲੋਂ ਲਗਾਤਾਰ ਟਰੂਡੋ ਅਤੇ ਉਹਨਾਂ ਦੇ ਘੱਟ ਗਿਣਤੀ ਭਾਈਚਾਰਿਆਂ ਜੁੜੇ ਉਮੀਦਵਾਰਾਂ ਦੀ ਘੇਰਾਬੰਦੀ ਜਾਰੀ ਹੈ ਅਤੇ ਉਹਨਾਂ ਦੇ ਖਿਲਾਫ ਅਵਾ ਤਵਾ ਬੋਲਿਆ ਜਾ ਰਿਹਾ ਹੈ। ਇਸ ਇਲਾਕੇ ਦੇ ਤਕਰੀਬਨ ਸਾਰੇ ਉਮੀਦਵਾਰਾਂ ਨੇ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਚਿੰਤਾਜਨਕ ਮਾਮਲਾ ਕਿਹਾ ਹੈ। ਜਿਵੇਂ ਜਿਵੇਂ ਚੋਣਾਂ ਲਾਗੇ ਆ ਰਹੀਆਂ ਨੇ, ਅਜਿਹੀਆਂ ਘਟਨਾਵਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੀ ਸੱਜੇ ਪੱਖੀ ਪਾਰਟੀ PPC ਦੇ 2 ਉਮੀਦਵਾਰਾਂ ਨੇ NDP ਦੇ ਕੌਮੀ ਨੇਤਾ ਜਗਮੀਤ ਸਿੰਘ ਨੂੰ ਦਹਿਸ਼ਤਗਰਦ ਦਰਸਾਉਣ ਵਾਲਾ ਕਾਰਟੂਨ ਘੁਮਾਇਆ ਹੈ। ਇਹ ਕਾਰਟੂਨ ਟਵਿੱਟਰ 'ਤੇ ਘੁਮਾਇਆ ਗਿਆ ਹੈ ਅਤੇ ਇਸ ਨੂੰ ਟਵੀਟ 'ਤੇ ਰੀਟਵੀਟ ਕੀਤਾ ਗਿਆ ਹੈ। ਇਹਨਾਂ 2 ਉਮੀਦਵਾਰਾਂ ਦੇ ਨਾਂ ਮਾਰਕ ਫਰੀਸਨ ਅਤੇ ਰੌਬ ਲੂਸੀਅਰ ਨੇ ਅਤੇ ਦੋਨੇ ਹੀ ਸੈਸਕਾਚੂਨ ਇਲਾਕੇ ਤੋਂ ਚੋਣ ਲੜ ਰਹੇ ਨੇ ਅਤੇ ਇਸ ਨੂੰ ਲੈ ਕੇ ਵਾਦ ਛਿੜ ਪਿਆ ਹੈ। ਕਾਰਟੂਨ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਜਗਮੀਤ ਸਿੰਘ ਦੀ ਦਸਤਾਰ ਦੇ ਵਿੱਚ ਬੰਬ ਲੁਕੋਇਆ ਗਿਆ ਹੈ ਅਤੇ ਇਸ ਨੂੰ ਲੈ ਕੇ ਇਸ ਪਾਰਟੀ ਅਤੇ ਇਹਨਾਂ ਉਮੀਦਵਾਰਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਪਾਰਟੀ ਦੇ ਤਾਰ ਗੋਰੇ ਨਸਲਵਾਦੀ ਸੰਗਠਨਾਂ ਨਾਲ ਜੁੜੇ ਹੋਏ ਨੇ। ਇਸੇ ਕਾਰਨ ਇਸ ਦੇ ਨੇਤਾ ਮੈਕਸਿਮ ਬਰਨੀ ਜਿੱਥੇ ਵੀ ਜਾਂਦੇ ਨੇ, ਨਸਲਵਾਦ ਵਿਰੋਧੀ ਕਾਰਕੁਨ ਵੱਡੀ ਗਿਣਤੀ ਵਿੱਚ ਪਹੁੰਚ ਕੇ ਉਹਨਾਂ ਦੇ ਖਿਲਾਫ ਰੋਸ ਵਿਖਾਵੇ ਕਰਦੇ ਨੇ ਅਤੇ ਜਗਮੀਤ ਸਿੰਘ ਬਾਰੇ ਇਹ ਕਾਰਟੂਨ ਕਾਫੀ ਇਤਰਾਜ਼ਯੋਗ ਹੈ ਅਤੇ ਜਗਮੀਤ ਸਿੰਘ ਨੂੰ ਬਾਰ-ਬਾਰ ਦਹਿਸ਼ਤਗਰਦ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਗਮੀਤ ਸਿੰਘ ਦਸਤਾਰਧਾਰੀ ਸਿੱਖ ਨੇ ਅਤੇ ਇਹਨਾਂ ਵਿੱਚੋਂ ਇੱਕ ਉਮੀਦਵਾਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਸਨੇ ਇਹ ਕਾਰਟੂਨ ਹਟਾਉਣਾ ਜ਼ਰੂਰੀ ਨਹੀਂ ਸਮਝਿਆ। ਉਸ ਦਾ ਕਹਿਣਾ ਕਿ ਮੈਂ ਕੋਈ ਨਸਲਵਾਦ ਨਹੀਂ ਫੈਲਾ ਰਿਹਾ, ਸਗੋਂ ਜਗਮੀਤ ਸਿੰਘ ਦੇ ਉਹਨਾਂ ਲੋਕਾਂ ਨਾਲ ਸੰਬੰਧ ਨੇ ਜਿਹੜੇ ਏਅਰ ਇੰਡੀਆ ਕਾਂਡ ਦੇ ਸੂਤਰਧਾਰ ਤਰਵਿੰਦਰ ਸਿੰਘ ਪਰਮਾਰ ਨੂੰ ਆਪਣਾ ਹੀਰੋ ਮੰਨਦੇ ਨੇ ਅਤੇ ਇਸ ਗੱਲ ਨੂੰ ਲੈ ਕੇ ਇਸ ਕਾਰਟੂਨ ਨੂੰ ਥਾਂ ਕਰ ਜਾ ਰਿਹਾ ਅਤੇ ਇਸ ਦੀ ਚਰਚਾ ਕੀਤੀ ਜਾ ਰਹੀ ਹੈ। ਅਜੇ ਮੌਂਟਰੀਅਲ ਦੇ ਵਿੱਚ ਜਗਮੀਤ ਸਿੰਘ ਦੇ ਉੱਪਰ ਹੋਏ ਨਸਲੀ ਹਮਲੇ ਦਾ ਮਾਮਲਾ ਠੰਡਾ ਵੀ ਨਹੀਂ ਸੀ ਪਿਆ ਕਿ ਇਸ ਘਟਨਾ ਨੇ ਇੱਕ ਵਾਰ ਨਵੀਂ ਚਰਚਾ ਛੇੜ ਦਿੱਤੀ ਹੈ। ਮੌਂਟਰੀਅਲ ਵਿੱਚ ਜਗਮੀਤ ਸਿੰਘ ਉੱਪਰ ਹੋਏ ਨਸਲੀ ਹਮਲੇ ਦਾ ਨੀਲਮ ਬਰਾੜ ਨੇ ਵੀ ਵਿਰੋਧ ਕੀਤਾ ਹੈ। ਨੀਲਮ ਬਰਾੜ ਜਗਮੀਤ ਸਿੰਘ ਦੀ ਪ੍ਰਤੀਦਵੰਦੀ ਹੈ। ਉਹ ਬਰਨਬੀ ਸਾਊਥ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ ਅਤੇ ਉਸ ਦਾ ਸਿੱਧਾ ਮੁਕਾਬਲਾ ਜਗਮੀਤ ਸਿੰਘ ਦੇ ਨਾਲ ਹੈ। ਪਰੰਤੂ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ਉਸਨੇ ਬਰਨਬੀ ਦੇ ਇੱਕ ਰੇਡੀਓ ਸਟੇਸ਼ਨ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸਪਸ਼ਟ ਸ਼ਬਦਾਂ ਵਿੱਚ ਜਗਮੀਤ ਸਿੰਘ ਨਾਲ ਹੋਏ ਨਸਲਵਾਦੀ ਨਿਖੇਧੀ ਕੀਤੀ ਹੈ। ਉਸ ਦਾ ਕਹਿਣਾ ਕਿ ਬਹੁਤ ਹੀ ਖੌਫਨਾਕ ਕਾਰਵਾਈ ਸੀ। ਉਸ ਦਾ ਇਹ ਵੀ ਕਹਿਣਾ ਕਿ ਜਗਮੀਤ ਸਿੰਘ ਨੇ ਸੂਝ-ਬੂਝ ਵਿਖਾਈ ਹੈ ਅਤੇ ਟਰੰਮੇ ਨਾਲ ਇਸ ਪੂਰੇ ਘਟਨਾਕ੍ਰਮ ਦਾ ਸਾਹਮਣਾ ਕੀਤਾ ਹੈ ਅਤੇ ਜਗਮੀਤ ਸਿੰਘ ਇੱਕ ਸੂਝਵਾਨ ਆਗੂ ਨੇ ਅਤੇ ਉਸ ਦਾ ਕਹਿਣਾ ਹੈ ਕਿ ਅਜਿਹੇ ਨਸਲਵਾਦ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਮੌਂਟਰੀਅਲ ਵਿੱਚ ਜਦੋਂ ਜਗਮੀਤ ਸਿੰਘ ਇੱਕ ਬਾਜ਼ਾਰ ਵਿੱਚ ਤੁਰ ਫਿਰ ਰਹੇ ਸਨ ਤਾਂ ਇੱਕ ਗੋਰੇ ਨੇ ਆ ਕੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਆਪਣੀ ਦਸਤਾਰ ਲਾ ਸੁੱਟੋ ਜੋ ਤੁਸੀਂ ਕੈਨੇਡੀਅਨ ਨਹੀਂ ਜਾਪਦੇ ਅਤੇ ਜਗਮੀਤ ਸਿੰਘ ਨੇ ਇਸ ਪੂਰੀ ਗੱਲ ਦਾ ਠਰੰਮੇ ਨਾਲ ਉੱਤਰ ਦਿੱਤਾ ਸੀ। ਪਰੰਤੂ ਜਗਮੀਤ ਸਿੰਘ ਦੇ ਨਾਲ ਵੱਖ-ਵੱਖ ਸਿਆਸੀ ਨੇਤਾ ਖੜ੍ਹ ਚੁੱਕੇ ਨੇ ਅਤੇ ਉਹਨਾਂ ਨੇ ਜਗਮੀਤ ਸਿੰਘ ਦੇ ਨਾਲ ਇੱਕ ਮੁੱਠਤਾ ਜਤਾਈ ਹੈ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅਮਰੀਕਾ ਦੀ ਇੱਕ ਨਾਮਵਰ ਸਿੰਗਰ ਰਿਆਨਾ ਨੇ ਜਗਮੀਤ ਸਿੰਘ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਜਗਮੀਤ ਸਿੰਘ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰ ਰਹੀ ਹੈ। ਇਸ ਗੱਲ ਨੂੰ ਲੈ ਕੇ ਜਗਮੀਤ ਸਿੰਘ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਹੈ। ਰਿਆਨਾ ਕੋਈ ਛੋਟਾ-ਮੋਟਾ ਨਾਂ ਨਹੀਂ ਅਤੇ ਰਿਆਨਾ ਵਰਗੀ ਇੱਕ ਵੱਡੇ ਕੱਦ ਵਾਲੀ ਇੱਕ ਗਾਇਕਾ ਵੱਲੋਂ ਜਗਮੀਤ ਸਿੰਘ ਨੂੰ ਫੋਲੋ ਕੀਤੇ ਜਾਣ ਦਾ ਅਰਥ ਹੈ ਕਿ ਜਗਮੀਤ ਸਿੰਘ ਕਾਫੀ ਪ੍ਰਸਿੱਧੀ ਖੱਟ ਚੁੱਕੇ ਨੇ ਅਤੇ ਉਹਨਾਂ ਦੀ ਪ੍ਰਸਿੱਧੀ ਹੁਣ ਸਿਰਫ ਕੈਨੇਡਾ ਤੱਕ ਨਹੀਂ ਸਗੋਂ ਅਮਰੀਕਾ ਤੱਕ ਵੀ ਫੈਲ ਚੁੱਕੀ ਹੈ। ਬਰਨਬੀ ਨਾਰਥ ਸੀ ਮੋਰ ਤੋਂ ਟੋਰੀ ਪਾਰਟੀ ਦੀ ਉਮੀਦਵਾਰ ਡਿਬੇਟਾਂ ਤੋਂ ਭੱਜਦੀ ਹੈ ਅਤੇ ਡਿਬੇਟਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦੀ ਹੈ ਅਤੇ ਆਨਾਕਾਨੀ ਕਰਦੀ ਆ ਰਹੀ ਹੈ। ਹੈਦਰ ਲਿਓਂਗ ਅਤੇ ਇਸ ਗੱਲੋਂ ਸ਼ਰਮਸਾਰ ਹੈ ਕਿ ਉਸ ਦੀ ਟੀਮ ਨੇ ਪਿੱਛੇ ਜੇ ਝੂਠਾ ਪ੍ਰਚਾਰ ਕੀਤਾ ਸੀ। ਟੀਮ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉੱਘੇ ਕਮੇਡੀਅਨ ਰਿਕ ਮਰਕਰ ਟੋਰੀ ਪਾਰਟੀ ਦੀ ਹਮਾਇਤ ਕਰਦੇ ਨੇ ਅਤੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਟੋਰੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਜਦੋਂ ਇਹ ਗੱਲ ਸਾਹਮਣੇ ਆਈ ਕਿ ਇਹ ਖਬਰ ਬਿਲਕੁਲ ਬੇਬੁਨਿਆਦ ਅਤੇ ਝੂਠੀ ਸੀ ਤਾਂ ਹੈਦਰ ਲਿਓਂਗ ਦੀ ਟੀਮ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਪਿੱਛੋਂ ਉਹ ਡਿਬੇਟਾਂ ਵੇਲੇ ਲੁਕਦੀ ਫਿਰਦੀ ਹੈ।
ਇੱਕ ਨਵੇਂ ਸਰਵੇਖਣ ਅਨੁਸਾਰ ਇਸ ਸਮੇਂ ਟੋਰੀ ਪਾਰਟੀ ਦੀ ਝੰਡੀ ਹੈ। ਟੋਰੀ ਪਾਰਟੀ ਕੁਝ ਅੰਕਾਂ ਦੇ ਨਾਲ ਸੱਤਾਧਾਰੀ ਲਿਬਰਲ ਪਾਰਟੀ ਤੋਂ ਅੱਗੇ ਚੱਲ ਰਹੀ ਹੈ। ਇਸ ਤਾਜ਼ਾ ਸਰਵੇਖਣ ਅਨੁਸਾਰ ਵਿਰੋਧੀ ਧਿਰ ਟੋਰੀ ਪਾਰਟੀ ਨੂੰ 34% ਅਤੇ ਸੱਤਾਧਾਰੀ ਲਿਬਰਲ ਪਾਰਟੀ ਨੂੰ 32% ਲੋਕਾਂ ਦੀ ਹਮਾਇਤ ਪ੍ਰਾਪਤ ਹੈ। ਭਾਵੇਂ ਫਰਕ ਥੋੜਾ ਹੈ, ਪਰੰਤੂ ਟੋਰੀਆਂ ਦਾ ਉੱਪਰ ਜਾਣਾ ਲਿਬਰਲ ਪਾਰਟੀ ਲਈ ਖਤਰੇ ਦੀ ਘੰਟੀ ਹੈ। ਉਧਰ NDP ਤੀਜੇ ਸਥਾਨ ਤੇ ਹੈ, ਉਸ ਨੂੰ ਸਿਰਫ 14% ਲੋਕਾਂ ਦੀ ਹਮਾਇਤ ਹਾਸਲ ਹੈ, ਜਦੋਂ ਕਿ ਗ੍ਰੀਨ ਪਾਰਟੀ ਨੂੰ ਸਿਰਫ 11% ਲੋਕ ਪਸੰਦ ਕਰਦੇ ਨੇ। ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਕੋਲ ਦੋਹਰੀ ਨਾਗਰਿਕਤਾ ਹੈ। ਐਂਡਰਿਊ ਸ਼ੀਅਰ ਭਾਵੇਂ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੇਖ ਰਹੇ ਨੇ, ਪਰੰਤੂ ਪਤਾ ਲੱਗਾ ਹੈ ਕਿ ਉਹਨਾਂ ਕੋਲ ਦੋਹਰੀ ਨਾਗਰਿਕਤਾ ਹੈ। ਉਹ ਅਮਰੀਕਾ ਅਤੇ ਕੈਨੇਡਾ ਦੋਨਾਂ ਦੇਸ਼ਾਂ ਦੇ ਨਾਗਰਿਕ ਨੇ। ਦਰਅਸਲ ਉਹਨਾਂ ਦੇ ਪਿਤਾ ਅਮਰੀਕੀ ਸਨ, ਜਿਸ ਕਾਰਨ ਕੁਦਰਤੀ ਤੌਰ ਤੇ ਐਂਡਰਿਊ ਸ਼ੀਅਰ ਵੀ ਅਮਰੀਕੀ ਨੇ। ਪਰੰਤੂ ਐਂਡਰਿਊ ਸ਼ੀਅਰ ਨੇ ਅਜੇ ਤੱਕ ਅਮਰੀਕਾ ਦੀ ਨਾਗਰਿਕਤਾ ਦਾ ਤਿਆਗ ਨਹੀਂ ਸੀ ਕੀਤਾ, ਜਿਸ ਕਾਰਨ ਉਹਨਾਂ ਦੀ ਆਲੋਚਨਾ ਸ਼ੁਰੂ ਹੋ ਚੁੱਕੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਸਿਆਸੀ ਪੇੜ ਵਿੱਚ ਕਾਫੀ ਦੇਰ ਤੋਂ ਨੇ ਅਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੇਖਦੇ ਨੇ, ਪਰੰਤੂ ਅਜੇ ਤੱਕ ਉਹਨਾਂ ਨੇ ਅਮਰੀਕਾ ਦੀ ਨਾਗਰਿਕਤਾ ਨਹੀਂ ਸੀ ਤਿਆਗੀ ਅਤੇ ਉਹਨਾਂ ਦੀ ਟੀਮ ਦਾ ਕਹਿਣਾ ਹੈ ਕਿ ਉਸ ਸੰਬੰਧ ਵਿੱਚ ਬਣਦੀ ਸਰਦੀ ਕਾਰਵਾਈ ਕਰ ਰਹੇ ਨੇ। ਪਰੰਤੂ ਇਸ ਗੱਲ ਨੂੰ ਲੈ ਕੇ ਐਂਡਰਿਊ ਸ਼ੀਅਰ ਦੀ ਆਲੋਚਨਾ ਲਗਾਤਾਰ ਜਾਰੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੇ ਦੋਸ਼ ਲੱਗ ਰਹੇ ਨੇ ਕਿ ਉਸਨੇ ਮੈਂਗ ਵਾਂਜ਼ੂ ਦੇ ਹੱਕਾਂ ਤੇ ਛਾਪਾ ਮਾਰਿਆ ਹੈ ਅਤੇ ਉਸਦੇ ਬਾਰੇ ਨਿੱਜੀ ਜਾਣਕਾਰੀ FBI ਨਾਲ ਸਾਂਝੀ ਕੀਤੀ ਹੈ ਅਤੇ ਉਸਨੇ ਤਬਾਦਲੇ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਚੇਤੇ ਰਹੇ, ਮੈਂਗ ਵੈਨਜ਼ੂ ਚੀਨ ਦੀ ਇੱਕ ਵੱਡੀ ਤਕਨੀਕੀ ਕੰਪਨੀ ਹੁਆਈ ਦੀ ਚੀਫ ਫਾਈਨੈਂਸ਼ੀਅਲ ਅਫਸਰ ਹੈ। ਉਸ ਨੂੰ ਪਿੱਛੇ ਜੇ ਵੈਨਕੂਵਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ ਅਮਰੀਕਾ ਦੇ ਕਹਿਣ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅਮਰੀਕਾ ਸਰਕਾਰ ਨੂੰ ਲੋੜੀਂਦੀ ਹੈ ਅਤੇ ਅਮਰੀਕਾ ਦੇ ਇਸ਼ਾਰਿਆਂ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਪਿੱਛੋਂ ਕੈਨੇਡਾ ਅਤੇ ਚੀਨ ਦੇ ਸੰਬੰਧ ਵੀ ਵਿਗੜ ਗਏ ਸਨ ਅਤੇ ਲਗਾਤਾਰ ਵਿਗੜਦੇ ਹੀ ਜਾ ਰਹੇ ਨੇ ਅਤੇ ਸੁਧਰਨ ਵਿੱਚ ਨਹੀਂ ਆ ਰਹੇ। ਇਸ ਦੇ ਮੱਦੇ ਪਤਾ ਲੱਗਾ ਹੈ ਕਿ ਮੈਂਗ ਵਾਂਜ਼ੂ ਦੀ ਨਿੱਜੀ ਜਾਣਕਾਰੀ ਅਮਰੀਕਾ ਦੀ FBI ਨਾਲ ਸਾਂਝੀ ਕੀਤੀ ਗਈ ਸੀ ਅਤੇ ਇਸ ਨੂੰ ਗਲਤ ਢੰਗ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਮੈਂਗ ਵਾਂਜ਼ੂ ਦੀ ਲੀਗਲ ਟੀਮ ਨੇ ਬਕਾਇਦਾ RCMP ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ, ਜਿਸ ਕਾਰਨ ਬੇਲੋੜਾ ਵਿਵਾਦ ਛਿੜ ਪਿਆ ਹੈ ਅਤੇ ਹੋ ਸਕਦਾ ਹੈ ਕਿ ਇਸ ਨਾਲ ਮੈਂਗ ਵਾਂਜ਼ੂ ਨੂੰ ਵੱਡੀ ਕਾਨੂੰਨੀ ਰਾਹਤ ਮਿਲ ਜਾਵੇ। ਸਰੀ 'ਚੋਂ 2 ਮੂਲ ਵਾਸੀ ਬੱਚੀਆਂ ਲਾਪਤਾ ਨੇ। ਇੱਕ ਦੀ ਉਮਰ 10 ਸਾਲ ਤੇ ਦੂਜੀ ਦੀ 13 ਸਾਲ ਦੱਸੀ ਜਾ ਰਹੀ ਹੈ। ਦੋਨੇ ਵੀਰਵਾਰ ਸਵੇਰ ਤੋਂ ਲਾਪਤਾ ਨੇ। ਪੁਲਿਸ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪੁਲਿਸ ਕਾਫੀ ਫਿਕਰਮੰਦ ਹੈ। ਚੇਤੇ ਰਹੇ, ਕੈਨੇਡਾ ਭਰ 'ਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਮੂਲ ਵਾਸੀ ਲੜਕੀਆਂ ਲਾਪਤਾ ਹੋ ਚੁੱਕੀਆਂ ਨੇ ਅਤੇ ਕਤਲ ਕੀਤੀਆਂ ਜਾ ਚੁੱਕੀਆਂ ਨੇ, ਜਿਸ ਕਾਰਨ ਪੁਲਿਸ ਕਾਫੀ ਚਿੰਤਤ ਹੈ ਅਤੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ। ਪੁਲਿਸ ਨੇ ਜਨਤਾ ਦਾ ਸਹਿਯੋਗ ਮੰਗਿਆ ਹੈ ਕਿ ਇਹਨਾਂ ਲੜਕੀਆਂ ਬਾਰੇ ਪੈੜ ਕੱਢਣ 'ਚ ਉਹਨਾਂ ਦੀ ਮਦਦ ਕੀਤੀ ਜਾਵੇ। ਰਿਚਮੰਡ ਦੇ ਵਿੱਚ ਚੀਨ ਸਰਕਾਰ ਦੇ ਹਮਾਇਤੀਆਂ ਅਤੇ ਉਸ ਦੇ ਵਿਰੋਧੀਆਂ ਦੇ ਵਿਚਾਲੇ ਝੜਪ ਹੋਈ ਹੈ। ਚੇਤੇ ਰਹੇ, ਹਾਂਗਕਾਂਗ ਦੇ ਵਿੱਚ ਇਸ ਸਮੇਂ ਲੋਕਤੰਤਰ ਪੱਖੀ ਰੋਸ ਵਿਖਾਵੇ ਲਗਾਤਾਰ ਜਾਰੀ ਨੇ ਅਤੇ ਉਹਨਾਂ ਦੇ ਨਾਲ ਇਕਮੁੱਠਤਾ ਜ਼ਾਹਰ ਕਰਨ ਦੇ ਲਈ ਚੀਨ ਦੇ ਵਿੱਚ ਵੀ ਰਿਚਮੰਡ ਦੇ ਵਿੱਚ ਵੀ ਕੁਝ ਲੋਕਾਂ ਨੇ ਰੋਸ ਰੈਲੀ ਕੱਢੀ ਸੀ। ਇਸ ਦੌਰਾਨ ਚੀਨ ਸਰਕਾਰ ਪੱਖੀ ਗਰੁੱਪ ਵੀ ਆ ਗਿਆ ਅਤੇ ਦੋਨਾਂ ਦੇ ਵਿਚਾਲੇ ਧੱਕਾ ਮੁੱਕੀ ਹੋਈ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਰਿਕਾਰਡਿੰਗ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਪੜਤਾਲ ਕੀਤੀ ਜਾਵੇ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੈਨੇਡਾ ਭਰ ਦੇ ਵਿੱਚ ਹਾਂਗਕਾਂਗ ਵਿੱਚ ਰੋਸ ਵਿਖਾਵਾ ਕਰ ਰਹੇ ਲੋਕਾਂ ਦੇ ਹੱਕ ਵਿੱਚ ਮੁਜ਼ਾਹਰੇ ਹੋਏ ਨੇ, ਪਰੰਤੂ ਚੀਨ ਪੱਖੀ ਲੌਬੀ ਵੀ ਤਕੜੀ ਹੈ ਅਤੇ ਉਸ ਦੇ ਸਮਰਥਕਾਂ ਵੱਲੋਂ ਵੀ ਇਸ ਦੇ ਵਿਰੋਧ ਵਿੱਚ ਰੋਸ ਵਿਖਾਵੇ ਕੀਤੇ ਜਾਂਦੇ ਨੇ ਅਤੇ ਅਕਸਰ ਦੋਨਾਂ ਧਿਰਾਂ ਦੇ ਵਿਚਾਲੇ ਗਰਮਾ ਗਰਮੀ ਅਤੇ ਧੱਕਾ ਮੁੱਕੀ ਹੁੰਦੀ ਹੈ ਅਤੇ ਇਸ ਮਾਮਲੇ ਨੂੰ ਅਧਿਕਾਰੀਆਂ ਵੱਲੋਂ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਟੋਰਾਂਟੋ ਨੇ ਵੀ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਅਨੇਕਾਂ ਸ਼ਹਿਰਾਂ ਵਾਂਗ ਟੋਰਾਂਟੋ ਨੇ ਵੀ ਫੈਸਲਾ ਕੀਤਾ ਹੈ ਕਿ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ ਕੀਤੀ ਜਾਵੇ ਅਤੇ ਸਰਕਾਰ 'ਤੇ ਦਬਾਅ ਪਾਇਆ ਜਾਵੇ ਕਿ ਵਾਤਾਵਰਨ ਵਿੱਚ ਹੋ ਰਹੇ ਨਿਘਾਰ ਦੀ ਰੋਕਥਾਮ ਦੇ ਲਈ ਢੁਕਵੇਂ ਕਦਮ ਚੁੱਕੇ ਜਾਣ ਅਤੇ ਇਸ ਕਿਸਮ ਦਾ ਦਬਾਅ ਬਣਾਉਣ ਦੀ ਖਾਤਰ ਟੋਰਾਂਟੋ ਦੀ ਸਿਟੀ ਕੌਂਸਲ ਨੇ ਵੀ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ, ਪਰੰਤੂ ਨਾਲ ਹੀ ਗਾਰਡੀਨਰ ਐਕਸਪ੍ਰੈਸ ਵੇ ਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਲੋਕਾਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਤੁਸੀਂ ਵਾਤਾਵਰਨ ਦੇ ਸੁਧਾਰ ਦੀ ਗੱਲ ਕਰਦੇ ਹੋ, ਦੂਜੇ ਪਾਸੇ ਇੱਕ ਅਜਿਹੇ ਐਕਸਪ੍ਰੈਸ ਵੇ ਦੀ ਮੁਰੰਮਤ ਕਰ ਰਹੇ ਹੋ ਜਿਹੜਾ ਪਹਿਲਾਂ ਤੋਂ ਹੀ ਕਾਫੀ ਬਿਜ਼ੀ ਹੈ ਅਤੇ ਵਾਤਾਵਰਨ ਨੂੰ ਕਾਫੀ ਵਿਗਾੜਨ ਵਿੱਚ ਸਹਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਦੋਨੇ ਗੱਲਾਂ ਆਪਸ ਵਿੱਚ ਸਵੈ ਵਿਰੋਧੀ ਨੇ ਅਤੇ ਟੋਰਾਂਟੋ ਦੀ ਮਿਊਨਿਸਪੈਲਿਟੀ ਅਜਿਹਾ ਸੰਕੇਤ ਦੇ ਰਹੀ ਹੈ ਜਿਸ ਨਾਲ ਇਹ ਅਨੁਮਾਨ ਲਾਉਣਾ ਔਖਾ ਹੈ ਕਿ ਉਸ ਦੀ ਵਚਨਬੱਧਤਾ ਕਿਸ ਪਾਸੇ ਨੂੰ ਹੈ। ਤੇ ਅੰਤ ਵਿੱਚ ਤਬਸਰਾ, ਕੈਲਗਰੀ ਅਤੇ ਵਿਕਟੋਰੀਆ ਵਰਗੇ ਸ਼ਹਿਰਾਂ ਨੇ ਇੱਕ ਅਹਿਮ ਮਤਾ ਪਾਸ ਕਰਕੇ ਬਿੱਲ 21 ਦੀ ਵਿਰੋਧਤਾ ਕੀਤੀ ਹੈ। ਚੇਤੇ ਰਹੇ, ਕਿਊਬੈਕ ਦੀ ਸਰਕਾਰ ਨੇ ਇਹ ਵਿਵਾਦਗ੍ਰਸਤ ਬਿੱਲ ਲਿਆਂਦਾ ਹੈ ਜਿਹੜਾ ਸਰਕਾਰੀ ਕੰਮਾਂ 'ਤੇ ਲੋਕਾਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਦਾ ਹੈ, ਜਿਸ ਕਾਰਨ ਦਸਤਾਰਧਾਰੀ ਸਿੱਖ ਅਤੇ ਹਿਜਾਬ ਲੈਣ ਵਾਲੀਆਂ ਮੁਸਲਿਮ ਔਰਤਾਂ ਪ੍ਰਭਾਵਿਤ ਹੋਏ ਨੇ ਅਤੇ ਇਸ ਬਿੱਲ ਦਾ ਅਨੇਕਾਂ ਹਲਕਿਆਂ ਵਿੱਚ ਵਿਰੋਧ ਹੋ ਰਿਹਾ ਹੈ। ਵਿਕਟੋਰੀਆ ਅਤੇ ਕੈਲਗਰੀ 2 ਅਜਿਹੇ ਸ਼ਹਿਰ ਨੇ ਜਿੱਥੇ ਮਤੇ ਪਾਸ ਕਰਕੇ ਇਸ ਬਿੱਲ ਨੂੰ ਰੱਦ ਕੀਤਾ ਗਿਆ ਹੈ। ਭਾਵੇਂ ਇਹਨਾਂ ਮਿਊਨਿਸਪੈਲਿਟੀਆਂ ਵੱਲੋਂ ਲਏ ਗਏ ਫੈਸਲੇ ਦਾ ਉਸ ਬਿੱਲ 'ਤੇ ਕੋਈ ਖਾਸ ਅਸਰ ਨਹੀਂ ਪੈ ਰਿਹਾ, ਪਰੰਤੂ ਉਸ ਦੇ ਖਿਲਾਫ ਇੱਕ ਲੋਕਾਂ ਦੀ ਰਾਏ ਜ਼ਰੂਰ ਬਣਦੀ ਹੈ। ਵੇਖਣ ਵਾਲੀ ਗੱਲ ਹੈ ਕਿ ਪੰਜਾਬੀ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਵਿੱਚ ਅਜਿਹੀ ਕੋਈ ਹਿਲਜੁਲ ਨਹੀਂ ਹੋਈ ਅਤੇ ਨਾ ਹੀ ਸਰੀ ਦੇ ਵਿੱਚ ਕਿਸੇ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਭਾਵੇਂ ਸਰੀ ਪੰਜਾਬੀਆਂ ਨਾਲ ਭਰੀ ਹੋਈ ਹੈ
ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਵਸਦੇ ਨੇ ਅਤੇ ਸਰੀ ਵਿੱਚ ਦਸਤਾਰਧਾਰੀ ਸਿੱਖਾਂ ਅਤੇ ਹਿਜਾਬ ਲੈਣ ਵਾਲੀਆਂ ਔਰਤਾਂ ਦੀ ਕਾਫੀ ਵੱਡੀ ਆਬਾਦੀ ਹੈ। ਬਾਵਜੂਦ ਇਸ ਦੇ ਸਰੀ ਸਿਟੀ ਕੌਂਸਲ ਇਸ ਬਾਰੇ 'ਚ ਪੂਰੀ ਤਰ੍ਹਾਂ ਅਵੇਸਲੀ ਹੈ। ਸਰੀ ਸਿਟੀ ਕੌਂਸਲ ਵਿੱਚ ਘੱਟੋ ਘੱਟ 2 ਪੰਜਾਬੀ ਕੌਂਸਲਰ ਨੇ, ਬਾਵਜੂਦ ਇਸ ਦੇ ਇਸ ਬਾਰੇ ਵਿੱਚ ਪੂਰੀ ਤਰ੍ਹਾਂ ਚੁੱਪ ਗੜੁੱਪ ਹੈ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸਰੀ ਤੋਂ ਦੇਸੀ ਵਿਧਾਇਕਾਂ ਅਤੇ ਸਾਂਸਦਾਂ ਦੀ ਵੀ ਕਾਫੀ ਭਰਮਾਰ ਹੈ। ਬਾਵਜੂਦ ਇਸ ਦੇ ਸਰੀ ਵਿੱਚ ਇਸ ਪੂਰੇ ਮੁੱਦੇ ਨੂੰ ਲੈ ਕੇ ਬਿਲਕੁਲ ਖਾਮੋਸ਼ੀ ਛਾਈ ਹੋਈ ਹੈ, ਜਿਸ ਨੂੰ ਲੈ ਕੇ ਸਵਾਲ ਕਰਨੇ ਚਾਹੀਦੇ ਨੇ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਮੁਲਾਕਾਤ ਹੁਣ ਤੁਹਾਡੇ ਨਾਲ ਹੋਵੇਗੀ ਸੋਮਵਾਰ ਨੂੰ। ਹੈਵ ਅ ਨਾਈਸ ਵੀਕਐਂਡ।